ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹੱਲਾ ਨਵਾਂ। ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਰਹਾਉ ਪੁਹਪ ਮਤ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ। ਚਵਰ ਤਖਤ ਤੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਆਪਾਂ ਸ਼ਬਦ ਸਰਵਣ ਕੀਤਾ ਹੈ, ਇਹ ਸ਼ਬਦ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 684 ਤੇ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਪਰਮਾਤਮਾ ਦੇ ਸਰੂਪ ਦੀ ਗੱਲ ਕੀਤੀ ਹੈ। ਇਹ ਪਰਮਾਤਮਾ ਦਾ ਸਰੂਪ ਕਿਹੋ ਜਿਹਾ ਹੈ, ਉਹ ਕਿੱਥੇ ਵਸਦਾ ਹੈ ਤੇ ਉਸ ਨੂੰ ਜੰਗਲਾਂ ਵਿੱਚ ਨਹੀਂ ਵਸਦਾ। ਉਹ ਸਭ ਕਿਤੇ ਸੁਭਾਇਮਾਨ ਹੈ। ਉਹ ਮਨੁੱਖ ਦੇ ਹਿਰਦੇ ਵਿੱਚ ਵਾਸ ਕਰਦਾ ਹੈ ਤੇ ਜੰਗਲਾਂ ਵਿੱਚ ਜੋ ਫਿਰਦੇ ਰਹਿੰਦੇ ਹਨ ਉਹਨਾਂ ਬਾਰੇ ਗੱਲ ਕਹੀ ਹੈ। ਸੋ ਸਾਡੇ ਦੇਸ਼ ਵਿੱਚ ਪਰਮਾਤਮਾ ਦੇ ਸਰੂਪ ਬਾਰੇ ਤੇ ਇਹ ਕਿੱਥੇ ਰਹਿੰਦਾ ਹੈ, ਇਹ ਇਸ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ,
इस बारे बहुत सवाल हैं। जो इस देश ਵਿੱਚ ਵਸਣ ਵਾਲੇ ਲੋਕ ਹਨ ਉਹ ਪਰਮਾਤਮਾ ਦੇ ਸਰੂਪ ਨੂੰ ਕਦੀ ਵਿਅਕਤੀ ਦੇ ਰੂਪ ਵਿੱਚ ਮੰਨਦੇ ਹਨ ਤੇ ਕਦੀ ਦੇਵਤੇ ਦੇ ਰੂਪ ਵਿੱਚ ਮੰਨਦੇ ਹਨ ਤੇ ਕਦੀ ਜੀਵ ਜੰਤੂ ਬਨਸਪਤੀ ਦੇ ਰੂਪ ਵਿੱਚ ਵੀ ਮੰਨਦੇ ਹਨ। ਕਈਆਂ ਨੇ ਪਰਮਾਤਮਾ ਨੂੰ ਸਮੁੰਦਰ ਵਿੱਚ ਸ਼ੇਸ਼ਨਾਗ ਦੀ ਸੇਜਾ ਉੱਤੇ ਬੈਠੇ ਵਿਸ਼ਨੂੰ ਨੂੰ ਕਿਹਾ ਹੈ, ਮੰਨਿਆ ਹੈ ਤੇ ਕਈਆਂ ਨੇ ਕੈਲਾਸ਼ ਪਰਬਤ ਉੱਤੇ ਸਮਾਧੀ ਲਾ ਕੇ ਬੈਠੇ ਸ਼ਿਵ ਜੀ ਨੂੰ ਪਰਮਾਤਮਾ ਦਾ ਸਰੂਪ ਮੰਨਿਆ ਹੈ। ਸੋ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਜੀ ਨੇ ਆਪਣੇ ਸੋਈਆਂ ਵਿੱਚ ਤਵੈ ਪ੍ਰਸਾਦ ਸੋਈਆਂ ਵਿੱਚ ਅਖੀਰਲੇ ਸੋਈਏ ਵਿੱਚ ਕਿਹਾ ਹੈ ਕਿ ਕੂਰ ਕਿਰਿਆ ਗੁਰ ਜਿਉ ਹੀ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਇਹ ਸਾਰਾ ਹੀ ਜਗ ਕੂਰਤ ਕਿਰਿਆ ਵਿੱਚ ਉਲਝਾ ਹੋਇਆ ਹੈ। ਕਿਸੇ ਨੇ ਵੀ ਉਸ ਪ੍ਰਭੂ ਪਰਮਾਤਮਾ ਦਾ ਭੇਦ ਨਹੀਂ ਪਾਇਆ, ਉਸ ਦੇ ਸਰੂਪ ਨੂੰ ਨਹੀਂ ਜਾਣਿਆ। ਉਹ ਸਾਰੇ ਹੀ ਕੂਰ ਕਿਰਿਆ ਵਿੱਚ ਉਲਝੇ ਫਿਰਦੇ ਹਨ ਤੇ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇਹ ਸੁਚੇਤ ਕੀਤਾ ਹੈ ਕਿ ਤੁਸੀਂ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਹੈ। ਸੁਚੇਤ ਰਹਿੰਦਿਆਂ ਗੁਰੂ ਮਹਾਰਾਜ ਜੀ ਨੇ ਪਰਮਾਤਮਾ ਦੇ ਸਰੂਪ ਨੂੰ ਦ੍ਰਿੜ ਕਰਵਾਇਆ ਹੈ ਕਿ ਜੋ ਪਰਮਾਤਮਾ ਹੈ ਉਹ ਥਾਪਿਆ ਨਹੀਂ ਜਾ ਸਕਦਾ ਤੇ ਨਾ ਹੀ ਉਸ ਨੂੰ ਕੋਈ ਪੈਦਾ ਕਰਦਾ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਜੋ ਪਰਮਾਤਮਾ ਹੈ ਉਹ ਥਾਪਿਆ ਨਹੀਂ ਜਾਂਦਾ, ਉਸਨੂੰ ਬਣਾਇਆ ਨਹੀਂ ਜਾਂਦਾ, ਉਸਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਉਸ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਉਸ ਦਾ ਕੋਈ ਆਕਾਰ ਨਹੀਂ, ਉਹ ਨਿਰਾ ਆਕਾਰ ਹੈ। ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿੱਚ ਪਰਮਾਤਮਾ ਦੇ ਗੁਣਾਂ ਦੀ ਗੱਲ ਕੀਤੀ ਹੈ, ਪਰਮਾਤਮਾ ਦੇ ਗੁਣਾਂ ਬਾਰੇ ਦੱਸਿਆ ਹੈ ਕਿ ਪਰਮਾਤਮਾ ਦੇ ਗੁਣ ਕਿਹੋ ਜਿਹੇ ਹਨ। ਸੋ ਇਹਨਾਂ ਗੁਣਾਂ ਨੂੰ ਵਾਰ-ਵਾਰ ਧਿਆਉਂਦਿਆਂ, ਇਹਨਾਂ ਗੁਣਾਂ ਨੂੰ ਵਾਰ-ਵਾਰ ਚੇਤੇ ਕਰਦਿਆਂ, ਸਿਮਰਦਿਆਂ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਵਰਗੇ ਹੋ ਜਾਵਾਂਗੇ। ਸੋ ਇਹਨਾਂ ਗੁਣਾਂ ਦੇ ਕਰਕੇ ਹੀ ਪਰਮਾਤਮਾ ਸਾਡੇ ਅੰਦਰ ਪ੍ਰਗਟ ਹੋਵੇਗਾ। ਸੋ ਪਰਮਾਤਮਾ ਨੂੰ ਕਿਵੇਂ ਪਾਇਆ ਜਾਂਦਾ ਹੈ, ਪਾਇਆ ਜਾ ਸਕਦਾ ਹੈ, ਇਹ ਉਸ ਵੇਲੇ ਵੀ ਇੱਕ ਸਵਾਲ ਸੀ। ਸੋ ਜੋ ਉਸ ਵੇਲੇ ਮਨੁੱਖ ਸਨ ਉਹ ਪਰਮਾਤਮਾ ਨੂੰ ਪਾਉਣ ਲਈ ਜੰਗਲਾਂ ਵਿੱਚ ਭਟਕਦੇ ਰਹਿੰਦੇ ਸਨ, ਪਰਬਤਾਂ ਉੱਤੇ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਸਨ। ਗੁਰੂ ਸਾਹਿਬਾਨ ਜੀ ਨੇ ਤੇ ਭਗਤ ਸਾਹਿਬਾਨਾਂ ਨੇ ਇਹਨਾਂ ਨੂੰ ਸਮਝਾਇਆ ਹੈ ਕਿ ਜੋ ਜੰਗਲਾਂ ਵਿੱਚ ਤੇ ਪਰਬਤਾਂ ਉੱਤੇ ਸਮਾਧੀਆਂ ਲਾ ਕੇ ਬੈਠੇ ਹਨ, ਜੰਗਲਾਂ ਵਿੱਚ ਭਟਕਦੇ ਰਹਿੰਦੇ ਹਨ, ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਆਪਣੇ ਹਿਰਦੇ ਅੰਦਰ ਪਰਮਾਤਮਾ ਨੂੰ ਵੇਖੋ, ਪਰਮਾਤਮਾ ਨੂੰ ਪਛਾਣੋ। ਉਹ ਸਭ ਕਿਤੇ ਵਿਦਮਾਨ ਹੈ। ਸੋ ਤੁਹਾਡੇ ਹਿਰਦੇ ਅੰਦਰ ਹੀ ਪਰਮਾਤਮਾ ਹੈ। ਭਗਤ ਕਬੀਰ ਜੀ ਨੇ ਕਿਹਾ ਹੈ ਕਿ ਜੇ ਜੰਗਲਾਂ ਵਿੱਚ ਰਹਿੰਦਿਆਂ, ਨਗਨ ਰਹਿੰਦਿਆਂ, ਮੂਨ ਰਹਿੰਦਿਆਂ ਮੁਕਤੀ ਮਿਲਦੀ ਹੈ, ਪਰਮਾਤਮਾ ਮਿਲਦਾ ਹੈ, ਤਾਂ ਜੋ ਜੰਗਲਾਂ ਦੇ ਵਿੱਚ ਜੀਵ ਜੰਤੂ, ਪਸ਼ੂ ਪੰਛੀ ਫਿਰਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਪਰਮਾਤਮਾ ਦੀ ਪ੍ਰਾਪਤੀ ਹੋਵੇ, ਮੁਕਤੀ ਦੀ ਪ੍ਰਾਪਤੀ ਹੋਵੇ। ਸੋ ਇਸ ਕਰਕੇ ਇਸ ਨੂੰ ਆਪਣੇ ਹਿਰਦੇ ਅੰਦਰੋਂ ਹੀ ਪਾਉਣਾ ਚਾਹੀਦਾ ਹੈ। ਜੰਗਲਾਂ ਦੇ ਵਿੱਚ ਭਟਕਣ ਦਾ ਕੋਈ ਲਾਭ ਮਾਨ ਹੈ। ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਆ, ਜੰਗਲ ਕਿਆ ਢੂੰਡੇ। ਇਹ ਫਰੀਦਾ ਜੰਗਲ ਜੰਗਲ ਦੇ ਵਿੱਚ ਕਿਉਂ ਭਟਕਦਾ ਹੈ, ਕਿਉਂ ਕੰਡੇ ਲਤਾੜਦਾ ਫਿਰਦਾ ਹੈ? ਕਿ ਇਹ ਜੋ ਪਰਮਾਤਮਾ ਹੈ ਇਹ ਤੇਰੇ ਮਨ ਅੰਦਰ ਹੀ, ਤੇਰੇ ਹਿਰਦੇ ਅੰਦਰ ਹੀ ਵਸਦਾ ਹੈ। ਇਸ ਨੂੰ ਆਪਣੇ ਹਿਰਦੇ ਅੰਦਰੋਂ ਹੀ ਲੱਭ। ਜੰਗਲ ਵਿੱਚ ਭਟਕਣ ਦਾ ਕੋਈ ਫਾਇਦਾ ਨਹੀਂ ਹੈ। ਜੇ ਇਸ ਤਰ੍ਹਾਂ ਰੱਬ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਪਸ਼ੂ ਪੰਛੀਆਂ ਨੂੰ ਮਿਲੇ ਜੋ ਕਿ ਸਦਾ ਹੀ ਜੰਗਲ ਵਿੱਚ ਰਹਿੰਦੇ ਹਨ, ਜੰਗਲੀ ਜਾਨਵਰ। ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਵੀ ਇਹੀ ਬਿਆਨ ਕੀਤਾ ਹੈ। ਸੋ ਇਸ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਫਰਮਾ ਰਹੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਮੰਗਲਾਚਰਨ ਦੇ ਰੂਪ ਵਿੱਚ ਆਇਆ ਹੈ। ਇੱਕ ਓੰਕਾਰ ਪਰਮਾਤਮਾ ਇੱਕ ਹੈ, ਇਹ ਸਤਿਗੁਰ ਦੀ ਕਿਰਪਾ ਨਾਲ ਹੀ ਮਿਲਦਾ ਹੈ।
ਧਨਾਸਰੀ ਮਹੱਲਾ ਨੌਵਾਂ। ਧਨਾਸਰੀ ਰਾਗ ਅੰਦਰ ਗੁਰੂ ਤੇਗ ਬਹਾਦਰ ਜੀ ਫਰਮਾ ਰਹੇ ਹਨ। ਕਾਹੇ ਰੇ ਪਨ ਖੋਜਨ ਜਾਈ, ਕਿ हे ਭਾਈ ਤੂੰ ਜੰਗਲਾਂ ਦੇ ਵਿੱਚ ਕਿਉਂ ਜਾਂਦਾ ਹੈ? ਜੰਗਲਾਂ ਦੇ ਵਿੱਚ ਕਿਉਂ ਭਟਕਦਾ ਹੈ? ਤੂੰ ਜੰਗਲਾਂ ਨੂੰ ਕਿਉਂ ਖੋਜਦਾ ਫਿਰਦਾ ਹੈ? ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਪਰਮਾਤਮਾ ਹੈ ਇਹ ਸਾਰਿਆਂ ਦੇ ਵਿੱਚ, ਸਰਬ ਨਿਵਾਸੀ ਸਾਰਿਆਂ ਦੇ ਵਿੱਚ ਨਿਵਾਸ ਕਰਦਾ ਹੈ। ਸਦਾ ਅਲੇਪਾ, ਇਹ ਮਾਇਆ ਤੋਂ ਸਦਾ ਹੀ ਨਿਰਲੇਪ ਰਹਿੰਦਾ ਹੈ, ਇਸ ਨੂੰ ਮਾਇਆ ਛੱਡ ਨਹੀਂ ਸਕਦੀ। ਤੋਹੀ ਸੰਗ ਸਮਾਈ, ਇਹ ਤੇਰੇ ਨਾਲ ਹੀ ਸਮਾਇਆ ਹੈ, ਤੇਰੇ ਅੰਦਰ ਹੀ ਸਮਾਇਆ ਹੈ, ਤੇਰੇ ਹਿਰਦੇ ਅੰਦਰ ਹੀ ਵਾਸਾ ਹੈ ਇਸ ਦਾ। ਬਾਣੀ ਦਾ ਫਰਮਾਨ ਹੈ ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਾ ਸਮਾਇਓ। ਕਿ ਜੋ ਪਰਮਾਤਮਾ ਹੈ ਇਹ ਸਾਰਿਆਂ ਦੇ ਵਿੱਚ ਹੀ ਨਿਵਾਸ ਕਰਦਾ ਹੈ, ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਇਹ ਸਦਾ ਹੀ ਮਨੁੱਖਾਂ ਦੇ ਹਿਰਦਿਆਂ ਅੰਦਰ, ਜੀਵਾਂ ਦੇ ਹਿਰਦਿਆਂ ਅੰਦਰ ਸਮਾਇਆ ਰਹਿੰਦਾ ਹੈ। ਇਸ ਨੂੰ ਆਪਣੇ ਹਿਰਦੇ ਅੰਦਰੋਂ ਹੀ ਲੱਭਣਾ ਚਾਹੀਦਾ ਹੈ, ਜੰਗਲਾਂ ਵਿੱਚ ਨਹੀਂ ਜਾਣਾ ਚਾਹੀਦਾ। ਬਹੁਪ ਮਤ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਜਿਵੇਂ ਫੁੱਲ ਅੰਦਰ ਸੁਗੰਧੀ ਹੁੰਦੀ ਹੈ ਉਹ ਦਿਖਾਈ ਨਹੀਂ ਦਿੰਦੀ, ਜਿਵੇਂ ਹੀ ਸ਼ੀਸ਼ੇ ਅੰਦਰ ਆਪਣਾ ਅਕਸ ਹੁੰਦਾ ਹੈ, ਇਵੇਂ ਹੀ ਪਰਮਾਤਮਾ ਹੈ। ਬਾਣੀ ਦਾ ਫਰਮਾਨ ਹੈ ਸਗਲ ਬਨਸਪਤ ਮਹਿ ਸੰਤਰ, ਸਗਲ ਦੂਤ ਮੇ ਕੀਆ। ਊਚ ਨੀਚ ਮਹਿ ਜੋਤ ਸਮਾਨੀ, ਘਟ ਘਟ ਮਾਧੁਰੀ। ਕਿ ਜੋ ਪਰਮਾਤਮਾ ਹੈ ਇਸੇ ਤਰ੍ਹਾਂ ਹੀ ਪਰਮਾਤਮਾ ਸਾਰੇ, ਮਤਲਬ ਜਿਵੇਂ ਕਿ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਸਾਰੇ ਦੁੱਧਾਂ ਵਿੱਚ ਘਿਓ ਹੈ, ਇਸੇ ਤਰ੍ਹਾਂ ਹੀ ਜੋ ਪਰਮਾਤਮਾ ਹੈ ਇਹ ਸਾਰਿਆਂ ਦੇ ਅੰਦਰ ਵਿਦਮਾਨ ਹੈ, ਸਾਰਿਆਂ ਅੰਦਰ ਪ੍ਰਕਾਸ਼ਮਾਨ ਹੈ, ਇਹ ਸਾਰਿਆਂ ਦੇ ਅੰਦਰ ਹਿਰਦੇ ਅੰਦਰ ਵਿਰਾਜਮਾਨ ਹੈ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਇਸੇ ਤਰ੍ਹਾਂ ਹੀ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ, ਘਟ ਹੀ ਖੋਜੋ ਪਾਈ। ਆਪਣੇ ਅੰਦਰ ਹੀ, ਆਪਣੇ ਹਿਰਦੇ ਅੰਦਰ ਹੀ ਇਸ ਨੂੰ ਖੋਜਣਾ ਕਰਨਾ ਚਾਹੀਦਾ ਹੈ। ਬਾਣੀ ਦਾ ਫਰਮਾਨ ਹੈ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿ ਪੁਕਾਰ। ਕਿ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਸਾਰਿਆਂ ਦੇ ਹਿਰਦੇ ਅੰਦਰ ਉਹ ਪਰਮਾਤਮਾ ਦਾ ਵਾਸਾ ਹੈ। ਆਪਣੇ ਅੰਦਰੋਂ ਹੀ ਉਸ ਨੂੰ ਖੋਜਣਾ ਚਾਹੀਦਾ ਹੈ, ਉਹ ਕਿਤੇ ਬਾਹਰ ਨਹੀਂ ਪ੍ਰਾਪਤ ਹੁੰਦਾ, ਨਾ ਹੀ ਜੰਗਲਾਂ ਦੇ ਵਿੱਚ ਭਟਕਣ ਦੇ ਨਾਲ ਪ੍ਰਾਪਤ ਹੁੰਦਾ ਹੈ, ਨਾ ਹੀ ਪਰਬਤਾਂ ਦੇ ਉੱਤੇ, ਪਰਬਤਾਂ ਦੇ ਪਹਾੜਾਂ ਦੇ ਕੰਧਰਾਂ ਦੇ ਉੱਤੇ ਟੱਕਰਾਂ ਮਾਰਨ ਨਾਲ, ਸਮਾਧੀਆਂ ਕਰਨ ਨਾਲ ਇਹ ਪ੍ਰਾਪਤ ਹੁੰਦਾ ਹੈ। ਬਾਹਰ ਭੀਤਰ ਏਕੋ ਜਹਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਜੋ ਪਰਮਾਤਮਾ ਹੈ ਬਾਹਰ ਵੀ ਉਹੀ ਹੈ ਤੇ ਤੁਹਾਡੇ ਅੰਦਰ ਹੀ, ਮਨ ਅੰਦਰ ਵੀ ਉਹੀ ਹੈ। ਉਸ ਨੂੰ ਆਪਣੇ ਮਨ ਅੰਦਰੋਂ ਹੀ ਖੋਜੋ। ਗੁਰੂ ਇਹ ਗਿਆਨ ਦੱਸ ਰਹੇ ਹਨ ਕਿ ਜੋ ਪਰਮਾਤਮਾ ਹੈ ਤੁਹਾਡੇ ਮਨ ਅੰਦਰ ਹੈ। ਬਾਣੀ ਦਾ ਫਰਮਾਨ ਹੈ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਕਿ ਜੋ ਬ੍ਰਹਮੰਡ ਵਿੱਚ ਹੈ ਉਹੀ ਤੁਹਾਡੇ ਸਰੀਰ ਵਿੱਚ ਹੈ, ਜੋ ਸਰੀਰ ਵਿੱਚ ਹੈ ਉਹੀ ਬ੍ਰਹਮੰਡ ਵਿੱਚ ਹੈ। ਸੋ ਪਰਮਾਤਮਾ ਹਰੇਕ ਥਾਂ ਤੇ ਵਿਰਾਜਮਾਨ ਹੈ। ਉਸ ਨੂੰ ਆਪਣੇ ਹਿਰਦੇ ਅੰਦਰ ਹੀ ਧਿਆਉਣਾ ਕਰੀਏ, ਉਸ ਨੂੰ ਆਪਣੇ ਹਿਰਦੇ ਅੰਦਰ ਹੀ ਪ੍ਰਾਪਤ ਕਰੀਏ, ਤਾਂ ਹੀ ਉਹ ਪ੍ਰਾਪਤ ਹੋ ਸਕਦਾ ਹੈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਬ੍ਰਹਮ ਕੀ ਕਾਈ। ਗੁਰੂ ਸਾਹਿਬ ਜੀ ਫਰਮਾ ਰਹੇ ਹਨ ਕਿ ਉਸ ਪ੍ਰਭੂ ਨੂੰ ਮਿਲਣ ਤੋਂ ਪਹਿਲਾਂ ਤੂੰ ਆਪਣੇ ਮਨ ਨੂੰ ਸ਼ੁੱਧ ਕਰ, ਆਪਣੇ ਮਨ ਦੀ ਜੋ ਭ੍ਰਮ ਦੀ ਕਾਈ ਹੈ, ਜੋ ਆਪਣੇ ਜੰਜਾਲ ਹਨ ਉਹ ਮੇਟ, ਆਪਣੇ ਆਪ ਨੂੰ ਪਛਾਣ। ਬਾਣੀ ਦਾ ਫਰਮਾਨ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ हे ਮਨ ਤੂੰ ਜੋਤ ਸਰੂਪ ਹੈ, ਤੇਰੇ ਅੰਦਰ ਹੀ ਜੋਤ ਹੈ, ਤੇਰੇ ਅੰਦਰ ਹੀ ਪਰਮਾਤਮਾ ਵਿਰਾਜਮਾਨ ਹੈ। ਤੂੰ ਆਪਣੇ ਮਨ ਨੂੰ, ਆਪਣੇ ਮੂਲ ਨੂੰ ਪਛਾਣ। ਤੂੰ ਉਸ ਮੂਲ ਨਾਲ ਟੁੱਟਾ ਹੋਇਆ ਹੈ, ਤੂੰ ਉਸ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਉਹ ਪਰਮਾਤਮਾ ਬਸ ਤੇਰੇ ਹਿਰਦੇ ਅੰਦਰ ਹੀ ਹੈ, ਉਸ ਨੂੰ ਬਾਹਰੋਂ ਨਾ ਖੋਜ, ਆਪਣੇ ਮੂਲ ਨੂੰ ਪਛਾਣ। ਸੋ ਗੁਰੂ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ
ਇਹ ਕਿਹਾ ਹੈ ਕਿ ਵੀ ਜੰਗਲ ਵਿੱਚ ਭਟਕਣ ਦੀ, ਜੰਗਲ ਨੂੰ ਖੋਜਣ ਦੀ, ਟੋਲਣ ਦੀ ਕੋਈ ਲੋੜ ਨਹੀਂ ਹੈ। ਉਹ ਸਦਾ ਹੀ ਅਲੇਪਾ ਹੈ, ਉਹ ਸਦਾ ਹੀ ਨਿਵਾਸੀ, ਸਰਬ ਨਿਵਾਸੀ ਹੈ। ਉਹ ਨਿਰਲੇਪ ਰਹਿੰਦਾ ਹੈ ਤੇ ਉਹ ਸਾਰਿਆਂ ਦੇ ਮਨ ਵਿੱਚ ਹੈ, ਹਿਰਦੇ ਵਿੱਚ ਹੈ, ਤੇਰੇ ਅੰਦਰ ਹੀ ਸਮਾਇਆ ਹੋਇਆ ਹੈ। ਉਹ ਇਸ ਤਰ੍ਹਾਂ ਸਮਾਇਆ ਹੋਇਆ ਹੈ ਜਿਵੇਂ ਸਾਰੇ ਦੁੱਧ ਵਿੱਚ ਘਿਓ ਹੈ, ਜਿਵੇਂ ਹਰੇਕ ਫੁੱਲ ਵਿੱਚ ਸੁਗੰਧੀ ਸਮਾਈ ਹੋਈ ਹੈ, ਇਸੇ ਤਰ੍ਹਾਂ ਤੇਰੇ ਮਨ ਵਿੱਚ ਸਮਾਇਆ ਹੋਇਆ ਹੈ। ਉਹ ਬਾਹਰ ਵੀ ਪਰਮਾਤਮਾ ਹੀ ਹੈ, ਤੇਰੇ ਹਿਰਦੇ ਅੰਦਰ ਵੀ ਪਰਮਾਤਮਾ ਹੈ। ਤੂੰ ਉਸ ਨੂੰ ਆਪਣੇ ਹਿਰਦੇ ਅੰਦਰੋਂ ਹੀ ਪਾ। ਸੋ ਆਪਣੇ ਮੂਲ ਨੂੰ ਪਛਾਣ, ਜਿਸ ਮੂਲ ਨਾਲ ਤੂੰ ਟੁੱਟਾ ਹੋਇਆ ਹੈ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਤੇ ਗੁਰੂ ਬਖਸ਼ਣਯੋਗ ਹਨ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ